Morning to all of you, beta. Very important topic we are going to discuss today. That is the topic of empirical formula and molecular formula of compound. So going with the definition first of all, what is meant by empirical formula of compound? It is defined as the simple whole number ratio of atoms of various elements present in one molecule of compound. Whereas molecular formula, it is defined as the actual number of atoms of various element present in the one molecule of compound. Means compound ਦੇ ਇੱਕ molecule ਦੇ ਵਿੱਚ actual number of atoms ਕੀ ਹੈ molecular formula, ਤੇ ਜੇ atoms ਦੀ ratio ਦੱਸਦੇ ਹਾਂ ਤਾਂ ਉਹ ਕੀ ਹੈ empirical formula. For example benzene ਹੈ, benzene ਦਾ formula C6H6, ਤਾਂ benzene ਦੇ ਇੱਕ molecule 'ਚ ਕਾਰਬਨ ਨੰਬਰ 6 ਤੇ ਹਾਈਡਰੋਜਨ ਐਟਮ ਦਾ ਨੰਬਰ ਵੀ ਕਿੰਨਾ ਹੈ 6, ਤੇ ਜੇ ਆਪਾਂ ਕੱਟ ਕੇ ਇਹਦੀ ਰੇਸ਼ੋ ਕੱਢਦੇ ਹਾਂ 6 to 6 ਤੋਂ ਕਿੰਨੀ ਆਊਗੀ CH 1:1. ਤਾਂ ਐਕਚੁਅਲ ਨੰਬਰ ਆਫ ਐਟਮਸ ਇਨ ਵਨ ਮੋਲੀਕਿਊਲ ਕੀ ਹੁੰਦਾ ਮੋਲੀਕੂਲਰ ਫਾਰਮੂਲਾ, ਐਂਡ ਹੋਲ ਨੰਬਰ ਰੇਸ਼ੋ ਆਫ ਐਟਮਸ ਇਨ ਵਨ ਮੋਲੀਕਿਊਲ ਕੀ ਹੁੰਦਾ empirical formula. Clear? Then comes relation between empirical and molecular formula. The molecular formula is equal to n multiplied by empirical formula, where this n is nothing but molecular weight of compound divided by empirical formula mass. ਆਪਾਂ n ਲੱਭਾਂਗੇ which is the ratio of molecular mass and empirical formula mass of compound. So n multiplied by empirical formula gives us the molecular formula of compound, where n is always like whole number 1 2 3 4 etc. It's never a fraction. Clear? Then we will go with the example, very important example, how to solve numericals on this empirical formula. First question is solved example 59. It is also given in the book at page number 51. In this question, what we are given with, in these type of question, we are given with the percentage of element. The percentage of carbon is 92.4%, percentage of hydrogen 7.6%, and third is we are given with the molecular mass of compound 78 AMU. Percentage given होगी अपन तो molecular mass. Calculate की करना है, we have to calculate the empirical formula and molecular formula of compound. तो हाउ टू सॉल्व दीज क्वेश्चन, सब तो इंपॉर्टेंट बेटा एक टेबल है कि मेक अ टेबल ਜਿਹਦੇ ਸਭ ਤੋਂ ਪਹਿਲੀ ਲਾਈਨ 'ਚ ਕੀ ਆਊਗਾ ਐਲੀਮੈਂਟਸ ਕਿਹੜੇ ਕਿਹੜੇ ਆਪਣੇ ਕੋਲੇ ਕਾਰਬਨ ਐਂਡ ਹਾਈਡਰੋਜਨ। ਸੈਕਿੰਡ 'ਚ ਗਿਵਨ ਆਪਾਂ ਨੂੰ ਪਰਸੈਂਟੇਜ, ਕਾਰਬਨ ਪਰਸੈਂਟੇਜ 92.4, ਹਾਈਡਰੋਜਨ 7.6%। ਤੀਸਰੀ ਐਟੋਮਿਕ ਮਾਸ ਵੀ ਨੋ, ਕਾਰਬਨ ਦਾ 12 ਤੇ ਹਾਈਡਰੋਜਨ ਦਾ 1। ਤਾਂ ਕੈਲਕੂਲੇਸ਼ਨ ਇੱਥੋਂ ਸ਼ੁਰੂ ਹੋਣੀ ਹੈ। ਚੌਥੇ ਸਭ ਤੋਂ ਪਹਿਲਾਂ ਤੁਸੀਂ ਕੀ ਕੈਲਕੂਲੇਟ ਕਰਨਾ ਮੋਲਸ ਆਫ ਐਟਮ। ਤਾਂ ਮੋਲਸ ਆਫ ਐਟਮ ਕਿਵੇਂ ਕੈਲਕੂਲੇਟ ਹੁੰਦੇ ਹੈ ਪਰਸੈਂਟੇਜ ਡਿਵਾਈਡਡ ਬਾਈ ਐਟੋਮਿਕ ਮਾਸ। ਕਾਰਬਨ ਦੀ ਡਿਵਾਈਡ ਕੀਤੀ 7.7 ਆ ਗਿਆ, ਹਾਈਡਰੋਜਨ ਦੀ 7.6/1 ਕਿੰਨਾ ਆ ਗਿਆ 7.6। ਤਾਂ ਫਿਰ ਆ ਗਏ ਮੋਲਸ ਆਫ ਐਟਮ। ਮੋਲਸ ਆਫ ਐਟਮ ਤੋਂ ਫਿਰ ਆਪਾਂ ਕੱਢਦੇ ਹਾਂ ਐਟੋਮਿਕ ਰੇਸ਼ੋ। ਤਾਂ ਐਟੋਮਿਕ ਰੇਸ਼ੋ 'ਚ ਕੀ ਕਰਨਾ ਹੁੰਦਾ ਹੈ ਕਿ ਜਿਹੜੇ ਮੋਲਸ ਆਫ ਐਟਮ ਆਏ ਹੈ, ਮੋਲਸ ਆਫ ਐਟਮ 'ਚ ਦੇਖੋ ਦੋ ਵੈਲਿਊਜ਼, ਦੋਵਾਂ 'ਚੋਂ ਜਿਹੜੀ ਛੋਟੀ ਵੈਲਿਊ ਹੈ 3 ਹੈ ਤਾਂ ਤਿੰਨਾਂ 'ਚੋਂ ਜਿਹੜੀ ਸਭ ਤੋਂ ਛੋਟੀ ਵੈਲਿਊ, ਸਾਰਿਆਂ ਨੂੰ ਸਭ ਤੋਂ ਛੋਟੀ ਵੈਲਿਊ ਨਾਲ ਡਿਵਾਈਡ ਕਰ ਦੇਣਾ। ਹੁਣ ਇੱਥੇ 2 ਹੀ ਹੈ ਤਾਂ ਇਹਨੂੰ ਵੀ 7.6 ਨਾਲ ਡਿਵਾਈਡ ਕਰਤਾ, ਇਹਨੂੰ ਵੀ, ਉਹਦੇ ਤੋਂ ਕੀ ਆ ਜਾਂਦੀ ਹੈ ਐਟੋਮਿਕ ਰੇਸ਼ੋ। ਇਹ ਡਿਵਾਈਡ ਕਰਾਂਗੇ ਤਾਂ ਅਪਰੋਕਸੀਮੇਟਲੀ ਇਹ ਵੀ 1, ਇਹ ਵੀ 1, ਇਹੀ ਕੀ ਬਣ ਜਾਂਦੀ ਹੈ ਇੱਥੇ ਸਿੰਪਲ ਹੋਲ ਨੰਬਰ ਰੇਸ਼ੋ 1:1। ਦੈਟ ਮੀਨਸ ਕੰਪਾਊਂਡ 'ਚ ਕਾਰਬਨ ਅਤੇ ਹਾਈਡਰੋਜਨ ਦੀ ਐਟੋਮਿਕ ਰੇਸ਼ੋ ਸਿੰਪਲ ਹੋਲ ਨੰਬਰ ਰੇਸ਼ੋ ਆਪਸ ਵਿੱਚ ਦੀ ਕਿੰਨੀ ਹੈ 1:1। ਤੋ ਸਿੰਸ ਸਿੰਪਲ ਹੋਲ ਨੰਬਰ ਰੇਸ਼ੋ ਆਫ ਕਾਰਬਨ ਐਂਡ ਹਾਈਡਰੋਜਨ ਇਜ਼ 1:1, ਅਤੇ ਇੰਪੀਰੀਕਲ ਫਾਰਮੂਲੇ ਦੀ ਇਹੀ ਡੈਫੀਨੇਸ਼ਨ ਸੀ ਕਿ ਇੱਥੇ ਜਿੰਨਾ ਕਾਰਬਨ ਦੇ ਅੱਗੇ ਆ ਗਿਆ, ਜਿੰਨਾ ਹਾਈਡਰੋਜਨ ਦੇ ਅੱਗੇ ਆ ਗਿਆ 1:1 ਆਇਆ, ਤਾਂ ਇੰਪੀਰੀਕਲ ਫਾਰਮੂਲਾ ਕਿੰਨਾ ਬਣ ਗਿਆ CH। ਹੁਣ ਆਪਾਂ ਕੀ ਕੈਲਕੂਲੇਟ ਕਰਨਾ, ਦੈਨ ਵੀ ਹੈਵ ਟੂ ਗੋ ਫॉर ਦ ਕੈਲਕੂਲੇਸ਼ਨ ਆਫ ਮੋਲੀਕੂਲਰ ਫਾਰਮੂਲਾ ਆਫ ਕੰਪਾਊਂਡ। ਤਾਂ ਉਹਦੇ ਲਈ ਆਪਾਂ ਨੂੰ ਕੀ ਚਾਹੀਦਾ ਇੰਪੀਰੀਕਲ ਫਾਰਮੂਲਾ ਵੇਟ ਕਿੰਨਾ ਆ ਗਿਆ 1 ਕਾਰਬਨ ਦਾ 12, 1 ਹਾਈਡਰੋਜਨ ਦਾ 1, ਤਾਂ ਕਿੰਨਾ ਹੋ ਗਿਆ 13 AMU। ਅਤੇ ਮੋਲੀਕੂਲਰ ਵੇਟ ਆਫ ਕੰਪਾਊਂਡ ਉੱਪਰ ਆਪਾਂ ਨੂੰ ਗਿਵਨ ਸੀਗਾ 78। ਇਹ 'ਚੋਂ ਆਪਾਂ ਕੈਲਕੂਲੇਟ ਕਰਾਂਗੇ n ਕੀ ਹੁੰਦਾ ਮੋਲੀਕੂਲਰ ਵੇਟ ਬਾਈ ਇੰਪੀਰੀਕਲ ਫਾਰਮੂਲਾ ਵੇਟ, ਯਾਨੀ ਕਿੰਨਾ ਹੋ ਗਿਆ 78 ਡਿਵਾਈਡਡ ਬਾਈ 13 ਕਿੰਨਾ ਆ ਗਿਆ n ਆ ਗਿਆ 6। ਤਾਂ ਫਾਈਨਲ ਰਿਲੇਸ਼ਨ ਕੀ ਕੀਤਾ ਸੀ ਫਿਰ ਆਪਾਂ, ਮੋਲੀਕੂਲਰ ਫਾਰਮੂਲਾ ਕੀ ਹੁੰਦਾ n ਮਲਟੀਪਲਾਈ ਬਾਈ ਇੰਪੀਰੀਕਲ ਫਾਰਮੂਲਾ। ਤਾਂ n ਕਿੰਨਾ ਆ ਗਿਆ 6, ਅਤੇ ਇੰਪੀਰੀਕਲ ਫਾਰਮੂਲਾ ਕਿੰਨਾ ਆਇਆ ਸੀ CH। ਤਾਂ 6 into CH ਕਿੰਨਾ ਆ ਜਾਊਗਾ molecular formula C6H6. That is the answer and compound is benzene.
Then another example we will discuss, that is practice problem from book 57 page, practice problem 51. In this compound what we are given with, percentage of carbon, hydrogen and oxygen is given. One important thing is कि ਇਹਦੇ 'ਚ ਆਪਾਂ ਨੂੰ वेपर डेंसिटी given है कंपाउंड ਦੀ, ਤੇ ਇੱਕ ਰਿਲੇਸ਼ਨ ਚੰਗੀ ਤਰ੍ਹਾਂ ਯਾਦ ਕਰ ਲਓ ਕਿ ਮੋਲੀਕੂਲਰ weight is always equal to 2 multiply by वेपर डेंसिटी, ਕਿ ਜਿੱਥੇ वेपर डेंसिटी given है ਤਾਂ ਪਹਿਲਾਂ ਉਹਨੂੰ 2 ਨਾਲ ਮਲਟੀਪਲਾਈ ਕਰਕੇ ਕੀ ਬਣਾ ਲੈਣਾ ਆਪਾਂ, ਮੋਲੀਕੂਲਰ weight, ਤਾਂ ਉਹ ਕਿੰਨਾ ਆ ਜਾਊਗਾ 180। ਬਾਕੀ ਸੇਮ ਮੈਥਡ ਹੈ ਬੇਟਾ ਇਹਦੇ 'ਚ ਵੀ, ਸੇਮ ਆਪਾਂ ਬਾਕਸ ਬਣਾਉਣੇ ਹੈ, ਐਲੀਮੈਂਟਸ ਕੀ ਹੈ, ਕਾਰਬਨ, ਹਾਈਡਰੋਜਨ ਐਂਡ ਆਕਸੀਜਨ। परसेंटेज गिवन है तिन्ना दी 46.8, 5.08, 40, 52.24। फिर अगले बॉक्स की आ जाता एटॉमिक मास 12, 6 एंड 12 एदा 1 एंड 60। पहले नंबर ते की सॉल्व करते हैं आप मोल्स ऑफ एटम, दैट इज़ परसेंटेज बाय एटॉमिक मास। कार्बन का डिवाइड करांगे 3.3, हाइड्रोजन का 5/1 5.08, ऑक्सीजन का डिवाइड करांगे 50, इतने 54 आऊगा, सॉरी 54.24 डिवाइडेड बाय 16 कितना आ जाऊगा, ये भी 3.3 आऊगा। तो मोल रेशो तिन्ना की आ गई, एक की 3.3, 5.808 एंड 3.3। ये तो फिर आप कढ़ते होंगे मोल रेशो। तो मोल रेशो का की मैथड दसिया सी, तिन्ना चो छोटा किहड़ा 3.3, तो तिन्ना नूं फिर 3.3 ਨਾਲ डिवाइड करता इत्थे, तो पहला भी 1 आया, ऑक्सीजन का भी 1 आया, तो हाइड्रोजन का 5.8 बाय 3.3 कितना आया 1.5। ਹੁਣ ਇਸ ਤਰ੍ਹਾਂ ਦੇ ਕੁਐਸਚਨ ਵਟ ਯੂ ਹੈਵ ਟੂ ਟੇਕ ਕੇਅਰ ਕਿ ਵੈਨ ਮੋਲ ਰੇਸ਼ੋ ਆਫ ਵਨ ਆਫ ਦ ਐਲੀਮੈਂਟ ਕਮਸ ਇਨ ਫ੍ਰੈਕਸ਼ਨ, ਤਾਂ ਫਿਰ ਆਪਾਂ ਇਹਦੀ ਕੀ ਕੱਢਣੀ ਹੈ, ਸਿੰਪਲ ਹੋਲ ਨੰਬਰ ਰੇਸ਼ੋ। ਤਾਂ ਫ੍ਰੈਕਸ਼ਨ ਨੂੰ ਹੋਲ ਨੰਬਰ 'ਚ ਕਿਵੇਂ ਕਨਵਰਟ ਕਰਾਂਗੇ, ਇਟ ਡਿਪੈਂਡਸ ਅਪੋਨ ਫ੍ਰੈਕਸ਼ਨ, ਕਿ ਜੇ ਫ੍ਰੈਕਸ਼ਨ 'ਚ 0.5 ਹੈ ਯਾਨੀ ਹਾਫ ਹੈ, ਤਾਂ ਹਾਫ ਨੂੰ 1 ਬਣਾਉਣਾ ਹੈ ਤਾਂ 2 ਨਾਲ ਮਲਟੀਪਲਾਈ ਕਰਨਾ ਪਊਗਾ। ਇੱਥੇ 1.5 ਨੂੰ ਹੋਲ ਨੰਬਰ ਕੀ ਹੈ, ਇਹਦਾ ਨੀਅਰੈਸਟ ਹੋਲ ਨੰਬਰ 3 ਹੈ, ਕਿਵੇਂ ਬਣੂਗਾ, ਮਲਟੀਪਲਾਈ ਬਾਈ 2। तो जे इनू 2 ਨਾਲ ਮਲਟੀਪਲਾਈ ਕਰਨਾ ਤਾਂ ਫਿਰ ਸਾਰਿਆਂ ਨੂੰ ਕਰਨਾ ਪਊਗਾ। ਤਾਂ ਤਿੰਨਾਂ ਨੂੰ 2 ਨਾਲ ਮਲਟੀਪਲਾਈ ਕਰਕੇ ਸਿੰਪਲ ਹੋਲ ਨੰਬਰ ਰੇਸ਼ੋ ਕੀ ਆ ਜਾਣੀ ਹੈ, 2, 3 ਐਂਡ 2। ਦੈਟ ਮੀਨਸ ਕਾਰਬਨ 2, ਹਾਈਡਰੋਜਨ 3 ਐਂਡ ਆਕਸੀਜਨ 2। ਤਾਂ ਇੰਪੀਰੀਕਲ ਫਾਰਮੂਲਾ ਫਿਰ ਕੀ ਬਣ ਗਿਆ, C2H3O2। ਤੇ ਅੱਗੇ ਮੋਲੀਕੂਲਰ ਫਾਰਮੂਲਾ ਹਾਊ ਟੂ ਕੈਲਕੂਲੇਟ, ਤਾਂ ਸੇਮ ਓਲਡ ਮੈਥਡ। ਪਹਿਲਾਂ ਆਪਾਂ ਲੱਭਾਂਗੇ ਇੰਪੀਰੀਕਲ ਫਾਰਮੂਲਾ ਵੇਟ, C224, H33, O2 32 कितना आ गया 59। तो मॉलिकुलर वेट ऑलरेडी आप कितना लिया 118 AMU। तो फर्स्ट वी विल कैलकुलेट N मॉलिकुलर वेट बाय इंपीरिकल फार्मूला वेट, 118 बाय 59 कितना आ गया 2। तो देयरफॉर मॉलिकुलर फार्मूला की होंगे 2 इंटू इंपीरिकल फार्मूला। तो इंपीरिकल फार्मूला की आया से ऊपर 2 इंटू C2H3O2, तो 2 इंटू C3H2O2 की बन गया C4H6O4। So that is the molecular formula of compound. So this is how to calculate the numericals based upon this. Then you have to complete the remaining one. Thanks to all of you beta.